लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। नाल मेरी कोई रीस नहीं। श्री राग महला पहला। श्री राग महला पहला। लब कुत्ता कूड़ चूड़ा, लब कुत्ता कूड़ चूड़ा। ठग खादा मुर्दार, ठग खादा मुर्दार। पर निंदा परमल मुख सुधी, पर निंदा परमल मुख सुधी। अग्न क्रोध चंडाल, अग्न क्रोध चंडाल। रस कस आप सलाहना, रस कस आप सलाहना। ये कर्म मेरे करतार, ये कर्म मेरे करतार। बाबा बोलिए पत होए, बाबा बोलिए पत होए। उत्तम से दर उत्तम कहिए, उत्तम से दर उत्तम कहिए। नीच कर्म बै रोए, नीच कर्म बै रोए। रहाओ रहाओ। रस सोयना रस रूपा कामण, रस सोना रस रूपा कामन। रस परमल की वास, रस परमल की वास। रस घोड़े रस सेजा मंदर, रस घोड़े रस सेजा मंदर। रस मीठा रस मास, रस मीठा रस मास। इते रस शरीर के, एते रस शरीर के। कै घट नाम निवास, है घट नाम निवास। जित बोलिए पत पाइए, जित बोले पद पाइए। सो बोलिया प्रवाण, सो बोलिया परवान। फिक्का बोल विगुचना, टीका बोल विचना। सुन मूर्ख मन अजाना, सुन मूर्ख मन अजान। जो तिस भावै से भले, जो तिस भावै से भले। होर के कहन बखान, होर के कहन बखान। तिन मत तिन पत तिन धन पल्लै, तिन मत तिन धन पल्लै। जिन हृदय रहया समाये, जिन हृदय रहया समाये। इनका क्या सालाहना, इनका क्या सालाहना। अवर सवाल्यो काए, आवर सवाल्यो काए। नानक नदनी बाहरे, नानक नदी बाहरे। राजै दान न नाए। राजे दान नाए। ਸ੍ਰੀ ਰਾਗ ਮਹੱਲਾ ਪਹਿਲਾ। ਇਸ ਸ਼ਬਦ ਵਿੱਚ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਨੇ ਕਿ ਸਾਡੇ ਸਰੀਰ ਵਿੱਚ ਇੰਨੇ ਰਸ ਨੇ ਮਨ ਦੇ। ਵੈਸੇ ਜ਼ਿੰਦਗੀ ਦੇ 9 ਰਸ ਮੰਨੇ ਗਏ ਨੇ, ਹਾਸ ਰਸ, ਵੀਰ ਰਸ, ਕਰੁਣਾ ਰਸ, ਭਗਤੀ ਰਸ, ਨਾਮ ਰਸ, ਇਹ ਸਾਰੇ ਸ਼ਿੰਗਾਰ ਰਸ, ਇਹ ਆਦਿਕ ਸਾਰੇ 9 ਨੇ। ਹੁਣ ਤੱਕ ਕੋਈ ਵੀ ਬੰਦਾ ਇਸ ਧਰਤੀ ਤੇ ਪੈਦਾ ਨਹੀਂ ਹੋਇਆ, ਤੇ ਸਿਰਫ ਇੱਕੋ ਇੱਕ ਪੈਦਾ ਹੋਇਆ ਹੈ। ਅਸੀਂ ਇਸ ਗੱਲੋਂ ਭਾਗਾਂ ਵਾਲੇ ਹਾਂ। ਇੱਕੋ ਇੱਕ ਇਸ ਧਰਤੀ ਤੇ ਪੈਦਾ ਹੋਇਆ ਜਿਹਦੇ ਵਿੱਚ 9 ਦੇ 9 ਸੀ, ਉਹ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਸ਼ਿੰਗਾਰ ਰਸ ਉਹਨਾਂ ਵਰਗਾ ਸੋਹਣਾ ਨਹੀਂ ਕੋਈ, ਹੁਣ ਤੱਕ ਨਹੀਂ ਉਮਿਆ ਕੋਈ। ਵੀਰ ਰਸ, ਹਾਸ ਰਸ, ਕਰੁਣਾ ਰਸ, ਭਗਤੀ ਰਸ, ਸਾਰੇ ਦੇ ਸਾਰੇ ਸੰਪੂਰਨ। ਜੇ ਕਲਮ ਚਲਾਈ ਤੇ ਸਿਰੇ, ਜੇ ਤਲਵਾਰ ਵਾਈ ਤਾਂ ਵੀ ਸਿਰੇ। ਜੇ ਕਰੁਣਾ, ਕਿਸੇ ਦੇ ਮਿਹਰਬਾਨੀ ਕੀਤੀ, ਕਿਸੇ ਲਈ ਦਾਨ ਕੀਤਾ, ਸਰਵੰਸੀ ਦਾਨ ਕਰ ਦਿੱਤਾ। ਹੁਣ ਤੱਕ ਨਾ ਕਿਸੇ ਨੇ ਕੀਤਾ ਤੇ ਨਾ ਹੀ ਕੋਈ ਕਰੇਗਾ। ਸੋ ਪਰ ਸਾਡੇ ਜਿਹੜੇ ਸਰੀਰ ਦੇ ਤੇ ਜੀਵ ਦੇ ਰਸਾਂ ਦੀ ਗੱਲ ਹੋ ਰਹੀ ਹੈ, ਉੱਥੇ ਜਿੱਥੇ ਜੀਵ ਨੂੰ ਇੰਨੇ ਰਸ ਚਿੰਬੜੇ ਹੋਣ, ਉੱਥੇ ਨਾਮ ਰਸ ਲਈ ਥਾਂ ਕਿੱਥੇ ਬਚਦਾ ਹੈ?
ਇਹ ਗੱਲ ਗੁਰੂ ਨਾਨਕ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਿ ਮਨਾ ਪਹਿਲਾਂ ਇਸ ਰਸਾਂ ਨਾਲੋਂ ਖੜਾ ਛੁਡਾ, ਕਿਉਂਕਿ ਭਾਂਡਾ ਖਾਲੀ ਕਰੇਗਾ ਤਾਂ ਹੀ ਕੁਝ ਪਏਗਾ ਨਾ। ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾ। ਅਸੀਂ ਮਾੜੇ ਮੰਨਦੇ, ਘਰ 'ਚ ਕੁੱਤਾ ਆ ਜਾਏ, ਬੈਡਰੂਮ 'ਚ ਆ ਜਾਏ, ਇੱਥੇ ਆ ਜਾਏ, ਆਪਾਂ ਬੁਰਾ ਮੰਨਦੇ ਹਾਂ। ਪਰ ਲੋਭ ਦਾ ਕੁੱਤਾ ਜਿਹੜਾ ਤੇਰੇ ਅੰਦਰ ਹਮੇਸ਼ਾ ਭੌਂਕਦਾ ਰਹਿੰਦਾ। ਲੱਭ ਕੁੱਤਾ ਕੂੜ ਚੂੜਾ। ਚੂੜੇ ਨੂੰ ਮਾੜਾ ਮੰਨਦੇ ਆ ਕਿਉਂਕਿ ਗੰਦਗੀ ਢੋਂਦੇ ਸਨ, ਇਸ ਕਰਕੇ ਨੇ ਝੂਠ ਵੀ ਤੇਰੇ ਅੰਦਰ ਚੂੜਾ ਬਣਿਆ ਬੈਠਾ। ਠੱਗ ਖਾਧਾ ਮੁਰਦਾਰ। ਕੋਈ ਚੀਜ਼ ਮਰੀ ਹੋਵੇ, ਆਪਾਂ ਭਾਵੇਂ ਆਪਣਾ ਕਿੰਨੇ ਹੀ ਰਿਸ਼ਤੇਦਾਰ, ਭਾਵੇਂ ਪਿਓ ਤੇ ਮਾਂ ਕਿਉਂ ਨਾ ਹੋਵੇ, ਮੁਰਦੇ ਨੂੰ ਕੋਈ ਘਰੇ ਨਹੀਂ ਰੱਖਦਾ। ਠੱਗੀ ਮਾਰ ਕੇ ਕੀਤੀ ਹੋਈ ਕਮਾਈ ਤੂੰ ਘਰੇ ਰੱਖੀ ਬੈਠਾ ਹੈ, ਮੁਰਦਾ ਹੀ ਹੈ, ਹੋਰ ਕੀ ਹੈ। ਠੱਗੀ ਮਾਰ ਕੇ ਕੀਤੀ ਹੋਈ ਜਿਹੜੀ ਕਮਾਈ ਹੈ ਉਹ ਤੇ ਆਪਣੇ ਘਰ 'ਚ ਤੂੰ ਮੁਰਦਾ ਰੱਖਿਆ, ਤੇ ਜਦੋਂ ਘਰ 'ਚ ਮੁਰਦਾ ਪਿਆ ਹੋਏਗਾ ਕੁਝ ਸਮੇਂ ਬਾਅਦ ਉਹਦੇ ਅੰਦਰੋਂ ਸੜਿਆਂਦ ਆਉਣੀ ਸ਼ੁਰੂ ਹੋ ਜਾਂਦੀ। ਇਸ ਕਰਕੇ ਤੇਰੀ ਇਹ ਠੱਗ ਖਾਧੀ ਹੋਈ ਜਿਹੜੀ ਕਮਾਈ ਹੈ ਨਾ, ਇਹੀ ਤੇਰੇ ਮਨਾਂ ਵਿੱਚ ਵਿਕਾਰ ਪੈਦਾ ਕਰਦੀ ਹੈ, ਉਹਦੀ ਸੜਿਆਂਦ ਦੂਰ ਤੱਕ ਜਾਂਦੀ ਤੈਨੂੰ। ਪਰ ਨਿੰਦਾ ਪਰ ਮਲ ਮੁਖ ਸੁੱਧੀ। ਪਰਾਈ ਨਿੰਦਾ, ਮਗਰ ਜਿਹੜੀ ਪਰਾਈ ਨਿੰਦਾ ਹੈ, ਮਾਨੋ ਮੂੰਹ ਵਿੱਚ ਨਿਰੀ ਪਰਾਈ ਮੈਲ, ਦੂਜੇ ਦੀ ਮੈਲ ਆਪਣੇ ਮੂੰਹ ਵਿੱਚ ਪਾਈ ਕੱਢਣਾ ਤੂੰ ਗੰਦ। ਪਰਾਈ ਨਿੰਦਾ ਕਰਨ ਦਾ ਮਤਲਬ ਹੀ ਇਹੀ ਹੈ ਕਿ ਪਰਾਏ ਦੂਜੇ ਦਾ ਗੰਦ ਆਪਣੇ ਮੂੰਹ 'ਚ ਪਾਈ ਫਿਰਦਾ ਤੂੰ। ਪਰ ਨਿੰਦਾ ਪਰ ਮਲ ਮੁਖ ਸੁੱਧੀ। ਅਗਨ ਕ੍ਰੋਧ ਚੰਡਾਲ। ਤੇ ਅੰਦਰ ਕ੍ਰੋਧ ਦੀ ਅੱਗ ਜਿਹੜੀ ਤੇਰੀ ਬਲਦੀ ਪਈ ਹੈ ਨਾ, ਉਹ ਤੇ ਚੰਡਾਲ ਤੇਰੇ ਅੰਦਰ ਬੈਠਾ ਹੈ। ਰਸ ਕਸ ਆਪ ਸਲਾਹਣਾ। ਹੁਣ ਪਾਕਾ ਰਸ ਕਸ ਕਸੈਲਾ ਸਵਾਦ, ਠੀਕ ਹੈ ਨਾ, ਐਸ਼ ਭੋਗ, ਇਹ ਸਾਰਾ ਕੁਝ ਇਹ ਕੀ ਹੈ? ਆਪਣੇ ਆਪ ਦੀ ਸਿਫਤ ਆਪੇ ਕਰੀ ਜਾਣੀ, ਇਹ ਤੇਰੀ ਐਸ਼ ਹੈ। ਇਹ ਕਰਮ ਮੇਰੇ ਕਰਤਾਰ। हे ਕਰਤਾਰ, ਸਾਡੀ ਸ੍ਰਿਸ਼ਟੀ ਦੇ ਕਰਤਾ, ਮੇਰੀਆਂ ਇਹ ਕਰਤੂਤਾਂ ਨੇ। ਗੁਰੂ ਨਾਨਕ ਪਾਤਸ਼ਾਹ ਵੇਖੋ, ਆਪਾਂ ਨੂੰ ਲੱਗਦਾ ਹੈ ਕਦੇ ਕਦੇ ਜਦੋਂ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਸ਼ੀਸ਼ਾ ਵਿਖਾ ਦਿੱਤਾ। ਇਹ ਸਾਡੇ ਅੰਦਰ ਦੀ ਭਾਵਨਾਵਾਂ ਜਿਹੜੀਆਂ ਉਹਨਾਂ ਦੀ ਮਹਾਰਾਜ ਗੱਲ ਕਰਦੇ ਨੇ ਕਿ ਇਹ ਸੱਚੇ ਪਾਤਸ਼ਾਹ ਸਾਡੀਆਂ ਕਰਤੂਤਾਂ ਤੇ ਇਹ ਨੇ, ਸਾਡੇ ਕਰਮ ਤੇ ਇਹ ਨੇ। ਬਾਬਾ ਬੋਲੀਐ ਪਤ ਹੋਏ। ਰਾਹੋ ਦੀ ਪੰਕਤੀ ਕਿ ਭਾਈ ਉਹ ਜੇ ਬੋਲ ਬੋਲੀਏ ਜਿਹਦੇ ਨਾਲ ਇੱਜ਼ਤ ਮਿਲੇ ਉਸ ਮਾਲਕ ਦੇ ਦਰ ਤੇ ਉੱਤੇ। ਕਿਉਂਕਿ ਜਿਹੜਾ ਬੋਲਣਾ ਹੈ ਨਾ, ਅਸੀਂ ਜੋ ਵੀ ਬੋਲਦੇ ਆ, ਚੰਗਾ ਬੋਲਦੇ ਆ ਜਾਂ ਮਾੜਾ ਬੋਲਦੇ ਆ, ਉਹਦਾ ਪ੍ਰਭਾਵ ਸਾਡੇ ਮਨ ਤੇ ਤਨ ਤੇ ਵੀ ਪੈਂਦਾ ਹੈ। ਜੇ ਅਸੀਂ ਕਿਸੇ ਨੂੰ ਗੁੱਸੇ ਨਾਲ ਬੋਲਦੇ ਆ ਤਾਂ ਸਾਡਾ ਬੀਪੀ ਹਾਈ ਹੁੰਦਾ ਹੈ। ਜਦੋਂ ਅਸੀਂ ਕਿਸੇ ਨੂੰ ਗੁੱਸੇ ਨਾਲ ਬੋਲਦੇ ਆ, ਸਾਡੀਆਂ ਅੱਖਾਂ ਦਾ ਰੰਗ ਬਦਲਦਾ ਹੈ। ਜੇ ਇਸ ਤਰ੍ਹਾਂ ਬਦਲ ਸਕਦਾ ਹੈ ਤੇ ਜੇ ਕਿਸੇ ਨੂੰ ਨਿਮਰਤਾ ਨਾਲ ਬੋਲੀਏ, ਉਹ ਬੀਪੀ ਥੱਲੇ ਵੀ ਆ ਸਕਦਾ ਹੈ, ਉਹ ਨਾਰਮਲ ਵੀ ਹੋ ਸਕਦਾ ਹੈ। ਇਸ ਕਰਕੇ ਬੋਲਣਾ ਜਿਹੜਾ ਹੈ, ਆਮ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਬੋਲਣ ਤੋਂ ਪਹਿਲਾਂ ਤੋਲੋ ਫਿਰ ਬੋਲੋ। ਇਹ ਜ਼ਬਾਨ ਦੇ ਅੱਗੇ ਪ੍ਰਮਾਤਮਾ ਨੇ ਦੋ ਤਾਲੇ ਲਾਏ ਨੇ, ਇੱਕ ਦੰਦ ਤੇ ਬੋਲ। ਇੱਕ ਘੱਟ ਤੋਂ ਘੱਟ ਬੋਲ ਇਹਨੂੰ ਇੱਕੋ ਹੀ ਹੈ, ਇਹ ਤੇਰਾ ਬੜਾ ਕੁਝ ਕਰਾ ਸਕਦੀ ਹੈ। ਇੱਥੇ ਕਹਿੰਦੇ ਬਾਬਾ ਬੋਲੀਐ ਪਤ ਹੋਏ, ਉੱਤਮ ਸੇ ਦਰ ਉੱਤਮ ਕਹੀ ਹੈ। ਉਹ ਹੀ ਪ੍ਰਮਾਤਮਾ ਦੇ ਦਰ ਵਿੱਚ ਉੱਤਮ ਕਹੇ ਜਾਂਦੇ ਨੇ ਜਿਨ੍ਹਾਂ ਦੇ ਬੋਲ ਪਵਿੱਤਰ ਨੇ, ਜਿਨ੍ਹਾਂ ਦੇ ਬੋਲ ਉੱਤਮ ਨੇ। ਨੀਚ ਕਰਮ ਬਹਿ ਰੋਏ। ਜਿਹੜੇ ਨੀਚ ਕਰਮ ਨੇ ਭਾਈ, ਉਹ ਤੇ ਬਹਿ ਕੇ ਪਰੋਣਾ ਹੀ ਆ, ਉਹਨੇ ਪੱਲੇ ਹੋਰ ਕੁਝ ਵੀ ਨਹੀਂ। ਰਹਾਓ ਰਸ ਸੋਇਨਾ ਰਸ ਰੂਪਾ ਕਾਮਣ। ਕਹਿੰਦੇ ਕੀ ਰਸ ਨੇ ਸਾਡੇ ਅੰਦਰ, ਕੀ ਚਸਕੇ ਨੇ ਇਸ ਜ਼ਬਾਨ ਦੇ, ਇਸ ਸਰੀਰ ਦੇ। ਰਸ ਰੂਪਾ, ਰਸ ਸੋਇਨਾ ਰਸ ਰੂਪਾ ਕਾਮਣ। ਇਹਨੂੰ ਚਸਕਾ ਸੋਨਾ ਇਕੱਠਾ ਕਰਨ ਦਾ, ਚਾਂਦੀ ਇਕੱਠੀ ਕਰਨ ਦਾ, ਇਸਤਰੀ ਦਾ। ਰਸ ਪਰਮਲ ਕੀ ਵਾਸ, ਖੁਸ਼ਬੂਦਾਰ ਚੀਜ਼ਾਂ, ਸੁਗੰਧੀਆਂ। ਇੱਧਰ ਨੂੰ ਲੋਕਾਂ ਦੇ ਘਰਾਂ 'ਚ ਵੇਖਦੇ ਆ ਕਿ ਅਲਮਾਰੀਆਂ ਭਰੀਆਂ ਹੁੰਦੀਆਂ ਪਰਫਿਊਮ ਦੀਆਂ। ਕੀ ਕਰਨੀਆਂ, ਕਾਹਦੇ ਵਾਸਤੇ ਪਾਉਣੇ? ਮੈਂ ਕਈ ਵਾਰੀ ਵੇਖਦਾ, ਸੋਚਦੇ ਆ ਕਿ ਅਸੀਂ ਜਦੋਂ ਕੋਈ ਪਰਿਵਾਰ ਦੇ ਵਿੱਚ ਜਾਂ ਗਲੀ ਦੇ ਵਿੱਚ ਕੋਈ ਕੰਮ ਆਰੰਭਦੇ ਆ ਤਾਂ ਜਿੱਥੇ ਕੋਈ ਗੰਦਗੀ ਪਈ ਹੋਵੇ ਅਸੀਂ ਉਹਦੇ ਉੱਤੇ
ਚਿੱਟੀ ਚੀਜ਼ ਜਾਂ ਕੋਈ ਉਹਨੂੰ ਢੱਕਣ ਲਈ ਤਾਂ ਕਿ ਉਹਦੀ ਬਦਬੂ ਨਾ ਆਵੇ, ਉਹਦੇ ਉੱਤੇ ਅਸੀਂ ਕਲੀ ਪਾ ਦਿੰਦੇ ਹਾਂ। ਤੇ ਖਾਸ ਕਰਕੇ ਜਿਹੜੇ ਸੁਗੰਧੀਆਂ ਲਾ ਕੇ ਅਸੀਂ ਕਿੱਥੇ ਜਾਂਦੇ ਹਾਂ? ਪਾਰਟੀਆਂ। ਕਿਉਂ ਲਾਉਂਦੇ ਹਾਂ ਸੁਗੰਧੀਆਂ? ਜੇਕਰ ਧਿਆਨ ਦੇਈਏ ਨਾ, ਆਪਣੇ ਅੰਦਰ ਦੀਆਂ ਵਾਸ਼ਨਾਵਾਂ ਨੂੰ ਦਬਾਉਣ ਦੀ ਖਾਤਰ ਇਸ ਉੱਤੇ ਸੁਗੰਧੀਆਂ ਲਾਉਂਦੇ ਪਏ ਆ। ਅੰਦਰ ਤੇ ਸੜਿਆਂਦ ਹੈ, ਅੰਦਰ ਤੇ ਸੜਿਆਂਦ ਹੈ। ਪਰ ਇਹ ਚੀਜ਼ਾਂ ਨੇ ਇੱਥੇ ਮਾਰਗ ਨੇ ਬਾਹਰਲਾ ਵਿਖਾਵਾ ਵਿਖਾਉਣ ਲਈ ਉਹ ਚੀਜ਼ਾਂ 'ਚ ਫਸਿਆ ਹੋਇਆ ਮਨੁੱਖ ਸੁਗੰਧੀਆਂ 'ਚ ਜੁੜਿਆ ਹੋਇਆ। ਬਸ ਇਹ ਰਸ ਉਹਦੇ ਅੰਦਰ ਚਸਕਾ ਕਿ ਆ ਵੀ ਮੈਂ ਇਕੱਠੀ ਕਰ ਲਾਂ, ਆ ਵੀ ਮੈਂ ਇਕੱਠੀ ਕਰ ਲਾਂ। ਰਸ ਘੋੜੇ ਰਸ ਸੇਜਾ ਮੰਦਰ। ਅੱਜ ਦੀ ਗੱਲ ਕਰੀਏ ਤਾਂ ਅੱਜ ਗੱਡੀਆਂ ਨੇ, ਉਸ ਟਾਈਮ ਘੋੜੇ ਹੁੰਦੇ ਸਨ, ਲਗਜ਼ਰੀ ਚੀਜ਼ਾਂ, ਹਾਥੀ, ਘੋੜੇ, ਸੇਜ ਮੰਦਰ, ਵਧੀਆ ਮਹਿਲ ਮਕਾਨ। ਅੱਜ ਵੀ ਹੈ, ਚੰਗੀ ਕੋਠੀ, ਚੰਗੀਆਂ ਕਾਰਾਂ। ਲੋਕਾਂ ਨੂੰ ਇਸ ਚੀਜ਼ ਦਾ ਆਨੰਦ ਇੱਧਰ ਨੂੰ ਤੁਰੇ ਹੋਏ ਨੇ ਕਿ ਮੇਰੇ ਕੋਲ ਕਾਰ ਵੱਡੀ ਹੋਣੀ ਚਾਹੀਦੀ ਹੈ, ਮੇਰੀ ਕੋਠੀ ਵੱਡੀ ਹੋਣੀ ਚਾਹੀਦੀ ਹੈ। ਇਹ ਸਾਰਾ ਕੁਝ ਜਿਹੜਾ ਹੈ ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਤੇ ਉਧਰ ਨੂੰ ਆਨੰਦ ਲੱਭਦਾ ਪਿਆ ਮਿੱਠੇ 'ਚ। ਵੱਧ ਤੋਂ ਵੱਧ ਕਿਹੜੀ ਚੀਜ਼ ਮੈਂ ਚੰਗੀ ਮਿੱਠੀ ਲੈ ਸਕਾਂ, ਉਹ ਚੀਜ਼ ਬੜੀ ਮਿੱਠੀ ਹੈ ਉਹ ਲੈ ਸਕਾਂ। ਤੇ ਮਾਸ ਦੇ ਪਾਸੇ ਪਿੱਛੇ ਤੁਰਿਆ, ਮੱਛੀ ਦਾ ਕੋਈ ਕਿਸੇ ਪਾਸੇ ਨੂੰ, ਕੋਈ ਕਿਸੇ ਪਾਸੇ ਨੂੰ। ਇਹ ਰਸ ਪਈ ਹੋਈ ਹੈ ਜੀਵ ਰਸ, ਹੋਰ ਕੁਝ ਵੀ ਨਹੀਂ। ਇਹ ਤੇ ਰਸ ਸਰੀਰ ਕੇ, ਵੇਖੋ ਉੱਪਰ 10 ਆਏ ਗੁਰੂ ਨਾਨਕ ਪਾਤਸ਼ਾਹ ਕਿ ਸਰੀਰ ਦੇ ਇੰਨੇ ਰਸ ਨੇ, ਇੰਨੇ ਪਾਸੇ ਨੂੰ ਧਿਆਨ ਹੈ ਉਹਦਾ ਵੀ ਆਹ ਰਸ ਵੀ ਮੈਂ ਲੈ ਲਵਾਂ, ਆਹ ਵੀ ਚੀਜ਼ ਖਾ ਕੇ ਵੇਖ ਲਵਾਂ, ਆਹ ਵੀ ਚੀਜ਼ ਖਾ ਕੇ ਵੇਖ ਲਵਾਂ। ਕਦੇ ਪਾਰਟੀਆਂ ਜਾ ਕੇ ਵੇਖਿਓ, ਵਿਆਹ ਜਾਈਦਾ, ਵੇਖੀਦਾ ਲੋਕਾਂ ਨੂੰ ਕਿ ਮੁੜ ਕੇ ਚਾਹੇ ਡਾਕਟਰ ਕੋਲ ਜਾਣਾ ਪੈ ਜੇ ਦੂਜੇ ਦਿਨ, ਉਹ ਕਹਿੰਦੇ ਜਿਹੜੀ ਚੀਜ਼ ਬਣੀ ਹੈ ਖਾ ਕੇ ਜ਼ਰੂਰ ਵੇਖਣੀ। ਇਹ ਜੀਭ ਦਾ ਰਸ, ਹੋਰ ਕੁਝ ਵੀ ਨਹੀਂ। ਫਿਰ ਸਵੇਰੇ ਭਾਵੇਂ ਡਾਕਟਰ ਕੋਲ ਜਾ ਕੇ ਨਾ ਦਵਾਈ ਲੈਣੀ ਪੈ ਜਾਏ, ਚਾਹੇ ਉਦੋਂ ਵੱਧ ਪੈਸੇ ਲੱਗ ਜਾਣ, ਵੀ ਨਹੀਂ ਜੀ ਇਹਨਾਂ ਨੂੰ ਤੁਹਾਡਾ 200 ਰੁਪਏ ਦਿੱਤਾ ਪੂਰਾ ਤੇ ਕਰਕੇ ਜਾਣਾ ਨਾ। ਹੁਣ ਇਹ ਚੱਕਰ 'ਚ ਪੈ ਗਿਆ। ਇਸ ਜ਼ਬਾਨ ਨੇ ਸਰੀਰ ਦਾ ਕੁਝ ਨਹੀਂ ਵੇਖਿਆ ਫਿਰ ਕਿ ਅੰਦਰ ਜਾ ਕੇ ਉਹ ਕੀ ਕਰੇਗੀ। ਨਹੀਂ, ਤੁਰ ਪਏ ਅਸੀਂ। ਕਿਉਂ? ਰਸ ਨੇ। ਇਹ ਰਸਾਂ ਦਾ ਮਾਰਿਆ ਹੋਇਆ ਇਨਸਾਨ ਜਿਹੜਾ ਹੈ ਉਹ ਆਪਣੇ ਖਾਏ ਵਧਾਇਆ ਪੇਟ, ਬਸ ਭੁਗਤਣਾ ਤੇ ਫਿਰ ਪੇਟ ਨੂੰ ਪੈਂਦਾ ਨਾ। ਜੀਵਨ ਦਾ ਰਸ ਲੈ ਕੇ ਨਗਾਤਾ ਅੰਦਰ। ਇੱਥੇ ਵਾਲਾ ਸਮਝਣਾ, ਇੰਨੇ ਰਸ ਨੇ ਸਰੀਰ ਦੇ, ਕਹਿ ਘਟ ਨਾਮ ਨਿਵਾਸ। ਤੇ ਮਹਾਰਾਜ ਕਹਿੰਦੇ ਭਾਈ ਫਿਰ ਕਿਸ ਦਿਲ ਵਿੱਚ ਨਾਮ ਵਸਾ ਸਕੇਗਾ? ਕਿਉਂਕਿ ਪ੍ਰਮਾਤਮਾ ਵੱਲੋਂ ਇਹ ਨਾਮ ਦੀ ਦਾਤ ਜਿਹੜੀ ਬਖਸ਼ਿਸ਼ ਹੋਈ ਹੈ, ਉਹਦੇ ਵਾਸਤੇ ਤੇ ਕੋਈ ਥਾਂ ਹੀ ਨਹੀਂ ਬਚੀ। ਉਹਦੇ ਵਾਸਤੇ ਥਾਂ ਬਚੀ ਵੀ ਕੋਈ ਨਹੀਂ, ਉਹ ਤੇ ਭਰਿਆ ਪਿਆ ਪਹਿਲੇ ਹੋਰਾਂ ਚੀਜ਼ਾਂ ਨਾਲ ਹੀ ਭਰਿਆ ਪਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਕਹਿ ਘਟ ਨਾਮ ਨਿਵਾਸ। ਇਸ ਘਟ ਵਿੱਚ, ਇਸ ਹਿਰਦੇ ਵਿੱਚ, ਇਸ ਦਿਲ ਵਿੱਚ ਉਹਦਾ ਨਿਵਾਸ ਕਿੱਥੇ ਹੋਵੇਗਾ? ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਵਾਨ। ਹੇ ਵਾਹਿਗੁਰੂ ਜੀਓ, ਤੇਰੇ ਦਰ ਤੇ ਬੋਲਿਆ ਉਹੀਓ ਪ੍ਰਵਾਨ ਹੈ ਜਿਸ ਬੋਲਾਂ ਨਾਲ ਤੇਰੇ ਦਰ ਤੋਂ ਸਾਨੂੰ ਇੱਜ਼ਤ ਮਿਲਦੀ ਹੋਵੇ, ਮਾਨ ਮਿਲਦਾ ਹੋਵੇ। ਫਿੱਕਾ ਬੋਲ ਵਿਗੁਚਣਾ, ਫਿੱਕਾ ਬੋਲ ਕੇ, ਭੈੜੇ ਬੋਲ ਕੇ ਕਹਿੰਦੇ ਉੱਤੇ ਖਰਾਬ ਹੋਣਾ ਹੀ ਹੈ, ਖੱਜਲ ਖਰਾਬ ਹੋਣੀ ਵਾਲੀ ਗੱਲ ਹੈ। ਕਿਸੇ ਨੂੰ ਨਾਨਕ ਫਿੱਕਾ ਬੋਲੇ ਆ, ਤਨ ਮਨ ਫਿੱਕਾ ਹੋਏ। ਦਾਸ ਨੇ ਪਹਿਲੇ ਬੇਨਤੀ ਕੀਤੀ ਕਿ ਜੋ ਅਸੀਂ ਬੋਲਦੇ ਹਾਂ, ਚੰਗਾ ਬੋਲਦੇ ਹਾਂ ਜਾਂ ਮਾੜਾ ਬੋਲਦੇ ਹਾਂ, ਉਹਦਾ ਪ੍ਰਭਾਵ ਸਾਡੇ ਤਨ ਤੇ ਮਨ ਤੇ ਦੋਵਾਂ ਤੇ ਪੈਂਦਾ ਹੈ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਆ ਜਾਣ। ਐ ਸੁਣ ਮੂਰਖਾ ਮਨਾ, ਅਣਜਾਣ ਨਾ ਬਣ। ਫਿੱਕੇ ਬੋਲ ਬੋਲੇਗਾ, ਖੱਜਲ ਖੁਆਰੀ ਹੋਏਗੀ, ਹੋਰ ਕੁਝ ਵੀ ਨਹੀਂ ਮਿਲੇਗਾ। ਜੋ ਤਿਸ ਭਾਵੈ ਸੇ ਭਲੇ, ਹੋਰ ਕੇ ਕਹਿਣ ਬਖਾਣ। ਹੋਰ ਕੀ ਬਿਆਨ ਕਰਨੇ ਨੇ ਮਾਰੇ ਕਹਿੰਦੇ, ਹੋਰ ਕੀ ਕਹੀਏ ਵਿਖਿਆਨ ਕਰ ਕਰਕੇ। ਬਸ ਇੰਨੇ ਹੀ ਕਹਿ ਸਕਦੇ ਆ ਕਿ ਜੋ ਤਿਸ ਭਾਵੈ, ਜਿਹੜੇ ਉਸ ਮਾਰਗ ਨੂੰ ਭਾ ਗਏ, ਚੰਗੇ ਲੱਗੇ, ਉਹ ਹੀ ਭਲੇ ਹੈ। ਚੰਗੇ ਲੋਕ ਉਹੀ ਹੋਏ ਨੇ ਜਿਹੜੇ ਉਹਦੇ ਭਾਣੇ ਵਿੱਚ ਨੇ, ਜਿਹੜੇ ਉਹਨੂੰ ਭਾ ਗਏ, ਮਾਲਕ ਨੂੰ ਚੰਗੇ ਲੱਗਦੇ ਨੇ। ਹੋਰ ਕੀ ਕਹੀਏ ਕਹਿੰਦੇ, ਹੋਰ ਕੀ ਕਹਿਣ ਵਖਾਣ। ਤਿੰਨ ਮੱਤ ਤਿੰਨ ਪੱਤ ਤਿੰਨ ਧਨ ਪੱਲੇ। ਹੁਣ ਮਹਾਰਾਜ ਇੱਥੇ ਆਪਣਾ ਫੈਸਲਾ ਦਿੰਦੇ ਨੇ। ਉਹਨਾਂ ਦੀ ਮੱਤ, ਉਹਨਾਂ ਦੀ ਪੱਤ,
ਉਹਨਾਂ ਦੇ ਪੱਲੇ ਧਨ ਹੈ, ਉਹਨਾਂ ਪੱਲੇ ਸਾਰਾ ਕੁਝ ਹੀ ਹੈ। ਮੱਤ ਵੀ ਚੰਗੀ ਉਹਨਾਂ ਦੀ ਪੱਤ ਵੀ ਇੱਜ਼ਤ ਵਾਲੀ ਹੈ, ਉਹਨਾਂ ਦੇ ਪੱਲੇ ਨਾਮ ਧਨ ਹੈ। ਜਿਹਨੇ ਹਿਰਦੇ ਰਿਆ ਸਮਾਏ, ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਹਮੇਸ਼ਾ ਸਮਾਇਆ ਰਹਿਣਾ, ਉਹ ਪੱਤ ਵਾਲੇ ਨੇ, ਚੰਗੀ ਮੱਤ ਵਾਲੇ ਨੇ, ਉਹ ਧਨਵਾਨ ਨੇ, ਪੂਰੇ ਸ਼ਾਹ ਨੇ। ਤਿਨ ਕਾ ਕਿਆ ਸਲਾਹਣਾ ਅਵਰ ਸਵਾਲਿਓ ਕਾਏ, ਉਹਨਾਂ ਦਾ ਕੀ ਸਲਾਹੀਏ, ਕਿਉਂਕਿ ਉਹਨਾਂ ਵਰਗਾ ਤੇ ਸੋਹਣਾ ਹੈ ਹੀ ਨਹੀਂ ਕੋਈ ਦੁਨੀਆ ਤੇ। ਸੋਹਣੇ ਕੌਣ ਨੇ ਜੀ? ਹਰ ਮਨੁੱਖ ਸੋਹਣਾ ਬਣਨਾ ਚਾਹੁੰਦਾ ਹੈ, ਚੰਗੇ ਕੱਪੜੇ ਪਾ ਕੇ, ਚੰਗੀ ਪਰਫਿਊਮ ਲਾ ਕੇ। ਲੋਕ ਕਹਿਣ ਇਹ ਸੋਹਣਾ ਬਹੁਤ ਹੈ, ਪਰ ਸੋਹਣਾ ਕੌਣ ਹੈ? ਸੇਈ ਸੁੰਦਰ ਸੋਹਣੇ ਸਾਧ ਸੰਗਤ ਜੀ ਬਹਿ, ਕਿਉਂਕਿ ਗੁਣਾ ਕਰਕੇ ਸੋਹਣਾ ਹੈ ਬੰਦਾ, ਸਰੀਰ ਕਰਕੇ ਸੋਹਣਾ ਨਹੀਂ। ਸਰੀਰ ਕਰਕੇ ਤਾਂ ਪਸ਼ੂ ਵੀ ਬੜੇ ਸੋਹਣੇ, ਆਪਾਂ ਕਹਿੰਦੇ ਕੁੱਤਾ ਬੜਾ ਸੋਹਣਾ, ਇਹ ਡੰਗਰ ਬੜਾ ਸੋਹਣਾ ਹੈ, ਇਹ ਗਾਂ ਬੜੀ ਸੋਹਣੀ। ਸਰੀਰ ਕਰਕੇ ਨਹੀਂ, ਗੁਣਾ ਕਰਕੇ। ਇੱਥੇ ਮਾਰੇ ਕਹਿੰਦੇ ਉਹਨਾਂ ਦੀ ਫਿਰ ਸਿਫਤਸਲਾ ਕੀ ਕਰੀਏ? ਨਾਨਕ ਨਦਰੀ ਬਾਹਰੇ ਰਾਚੈ ਦਾਨ ਨਾ ਨਾਏ। ਇੱਥੇ ਮਹਾਰਾਜ ਸਮਝਾਉਣਾ ਕਰਦੇ ਸਾਨੂੰ ਫਿਰ ਕਿ ਤੇਰੀ ਮਿਹਰ ਤੋਂ ਵਾਂਝੇ ਲੋਕ ਨਾ ਦਾਨ ਵਿੱਚ ਦਿਲਚਸਪੀ ਰੱਖਦੇ ਨੇ ਤੇ ਨਾ ਹੀ ਪਰਮਾਤਮਾ ਦੇ ਨਾਮ ਵਿੱਚ। ਜਿਹੜੇ ਤੇਰੇ ਨਾਮ ਤੋਂ ਵਾਂਝੇ ਨੇ ਨਾ, ਤੇਰੀ ਮਿਹਰ ਤੋਂ ਬਿਨਾਂ ਨੇ, ਜਿਹੜੇ ਨਾਨਕ ਨਦਰੀ ਬਾਹਰੇ, ਇਹ ਨਾਨਕ ਜਿਹੜੇ ਉਸ ਪਰਮਾਤਮਾ ਨਜ਼ਰ ਤੋਂ ਬਾਹਰ ਨੇ ਨਾ। ਰਾਚੈ ਦਾਨ ਨਾ ਨਾਏ, ਨਾ ਤਾਂ ਉਹ ਨਾਮਦਾਨ ਦੀ ਗੱਲ ਕਰਦੇ ਨੇ, ਨਾ ਕਿਸੇ ਨੂੰ ਦੇਣ ਦੀ ਸਮਰੱਥਾ ਰੱਖਦੇ ਨੇ, ਤੇ ਨਾ ਹੀ ਪਰਮਾਤਮਾ ਨਾਮ ਨਾਲ ਜੁੜਦੇ ਨੇ, ਕਿਉਂਕਿ ਤੇਰੀ ਨਜ਼ਰ ਤੋਂ ਬਾਹਰ ਹੋ ਗਏ। ਉਹ ਆਪਣੇ ਹਉਮੈ ਵਿੱਚ ਤੇ ਆਪਣੇ ਹੰਕਾਰ ਵਿੱਚ ਆਪਣੇ ਆਪ ਨੂੰ ਮੈਂ ਸਮਝ ਕੇ ਇਸ ਮੈਂ ਕਰਕੇ ਹੀ ਤੇਰੇ ਤੋਂ ਦੂਰ ਹੋ ਜਾਂਦੇ ਨੇ। ਸ੍ਰੀ ਰਾਗ ਮਹੱਲਾ ਚੌਥਾ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਮਹੱਲਾ ਪਹਿਲਾ। ਅਮਲ ਗਲੋਲਾ ਕੂੜਕਾ। ਅਮਲ ਗਲੋਲਾ ਕੂੜਕਾ। ਦਿੱਤਾ ਦੇਵਨਹਾਰ। ਦਿੱਤਾ ਦੇਵਨਹਾਰ। ਮਤੀ ਮਰਨ ਵਿਸਾਰਿਆ। ਮਤੀ ਮਰਨ ਵਿਸਾਰਿਆ। ਖੁਸ਼ੀ ਕੀਤੀ ਦਿਨ ਚਾਰ। ਖੁਸ਼ੀ ਕੀਤੀ ਦਿਨ ਚਾਰ। ਸੱਚ ਮਿਲਿਆ ਤਿਨ ਸੋਫੀਆਂ। ਸੱਚ ਮਿਲਿਆ ਤਿਨ ਸੋਫੀਆਂ। ਰਾਖਣ ਕੋ ਦਰਬਾਰ। ਰਾਖਣ ਕੋ ਦਰਬਾਰ। ਨਾਨਕ ਸਾਚੇ ਕੋ ਸੱਚ ਜਾਣ। ਨਾਨਕ ਸਾਚੇ ਕੋ ਸੱਚ ਜਾਣ। ਜਿਤ ਸੇਵਿਐ ਸੁਖ ਪਾਈਐ। ਜਿਤ ਸੇਵਿਐ ਸੁਖ ਪਾਈਐ। ਤੇਰੀ ਦਰਗਹਿ ਚੱਲੈ ਮਾਣ। ਤੇਰੀ ਦਰਗਹਿ ਚੱਲੈ ਮਾਣ। ਰਹਾਉ। ਰਹਾਉ। ਸੱਚ ਸਰਾ ਗੁੜ ਬਹਾਰਾ। ਸੱਚ ਸਰਾ ਗੁੜ ਬਹਾਰਾ। ਜਿਸ ਵਿੱਚ ਸੱਚਾ ਨਾਉ। ਜਿਸ ਵਿੱਚ ਸੱਚਾ ਨਾਉ। ਸੁਣੈ ਵਖਾਣੈ ਜੇਤੜੇ। ਸੁਣੈ ਵਖਾਣੈ ਜੇਤੜੇ। ਹਉ ਤਿਨ ਬਲਿਹਾਰੈ ਜਾਓ। ਹਉ ਤਿਨ ਬਲਿਹਾਰੈ ਜਾਓ। ਤਾਂ ਮਨ ਖੀਵਾ ਜਾਣੀਐ। ਤਾਂ ਮਨ ਖੀਵਾ ਜਾਣੀਐ। ਜਾਂ ਮਹਿਲੀ ਪਾਏ ਥਾਓ। ਜਾਂ ਮਹਿਲੀ ਪਾਏ ਥਾਉ। ਨਾਉ ਨੀਰ ਚੰਗਿਆਈਆਂ। ਨਾਉ ਨੀਰ ਚੰਗਿਆਈਆਂ। ਸਤ ਪਰਮਲ ਤਨਵਾਸ। ਸਤ ਪਰਮਲ ਤਨਵਾਸ। ਤਾਂ ਮੁਖ ਹੋਵੈ ਉਜਲਾ। ਤਾਂ ਮੁਖ ਹੋਵੈ ਉਜਲਾ। ਲਖ ਦਾਤੀ ਇਕ ਦਾਤ। ਲਖ ਦਾਤੀ ਇਕ ਦਾਤ। ਦੁਖ ਤਿਸੈ ਪੈ ਆਖੀਐ। ਦੁਖ ਤਿਸੈ ਪੈ ਆਖੀਐ। ਸੁਖ ਜਿਸੈ ਹੀ ਪਾਸ। ਸੁਖ ਤਿਸੈ ਹੀ ਪਾਸ। ਸੋ ਕਿਉ ਮਨੋ ਵਿਸਾਰੀਐ। ਸੋ ਕਿਉ ਮਨੋ ਵਿਸਾਰੀਐ। ਜਾ ਕੇ ਜੀ ਪ੍ਰਾਣ। ਜਾ ਕੇ ਜੀ ਪ੍ਰਾਣ। ਇਸ ਵਿਣ ਸਭ ਅਪਵਿੱਤਰ ਹੈ। ਇਸ ਵਿੱਚ ਸਭ ਪਵਿੱਤਰ ਹੈ। ਜੀਤਾ ਪਹਿਨਣ ਖਾਣ। ਜੀਤਾ ਪਹਿਨਣ ਖਾਣ। ਹੋਰ ਗੱਲਾਂ ਸਭ ਕੂੜੀਆਂ। ਹੋਰ ਗੱਲਾਂ ਸਭ ਕੂੜੀਆਂ। ਤੁਧ ਭਾਵੈ ਪ੍ਰਵਾਨ। ਤੁਧ ਭਾਵੈ ਪਰਮਾਨ। ਇਹ ਸ਼ਬਦ ਜੋ ਪਹਿਲਾਂ ਪੜ੍ਹ ਆਏ ਆ, ਉਹਦੇ 4 ਬੰਦ ਸਨ, ਅਖੀਰ 'ਚ ਲਿਖਿਆ 4। ਦਾਸ ਇਸ ਕਰਕੇ ਚੌਥਾ ਬੋਲਿਆ ਸੀ ਕਿ ਹੁਣ ਤੱਕ ਗੁਰੂ ਨਾਨਕ ਪਾਤਸ਼ਾਹ ਦੇ 4 ਸ਼ਬਦ ਹੋ ਚੁੱਕੇ ਨੇ। ਇਹ ਗਿਣਤੀ ਚੱਲਦੀ ਆ ਰਹੀ ਹੈ। ਇਹ ਗਿਣਤੀ ਅਖੀਰ ਤੱਕ ਇਸ ਤਰ੍ਹਾਂ ਹੀ ਚੱਲਦੀ ਰਹੇਗੀ, ਚੱਲਦੀ ਜਾਏਗੀ, ਵੱਧਦੀ ਜਾਏਗੀ। ਇਹ ਜੋੜ ਤੋਂ ਭਾਵ ਹੈ ਜਦੋਂ ਸੰਪਾਦਨ ਕੀਤਾ
ਗੁਰੂ ਗ੍ਰੰਥ ਸਾਹਿਬ ਨੂੰ ਪੰਚਮ ਪਾਤਸ਼ਾਹ ਨੇ, ਤਾਂ ਇਸ ਨੂੰ ਕਹਿੰਦੇ ਨੇ ਫਾਈਲ ਕਰਨਾ। ਹਜੇ ਕਿ ਕੰਪਿਊਟਰ ਆਇਆ ਨੂੰ ਸਾਰੇ 30-35 ਸਾਲ ਹੀ ਹੋਏ ਨੇ, ਪਰ 450 ਸਾਲ ਪਹਿਲਾਂ ਪੰਚਮ ਪਾਤਸ਼ਾਹ ਨੇ ਸੰਪਾਦਨ ਕਰਨ ਲੱਗਿਆ ਗੁਰੂ ਗ੍ਰੰਥ ਸਾਹਿਬ ਨੂੰ ਕੰਪਿਊਟਰਾਈਜ਼ ਕੀਤਾ ਹੈ ਪੂਰਨ ਤੌਰ ਤੇ, ਤਾਂ ਕਿ ਇਹਦੇ ਵਿੱਚ ਕੋਈ ਘਾਟ-ਬਾਦ ਨਾ ਕਰ ਸਕੇ, ਨਾ ਹੀ ਕੋਈ ਇੱਕ ਸ਼ਬਦ ਅਸੀਂ ਪਾ ਸਕਦੇ ਹਾਂ ਤੇ ਨਾ ਹੀ ਕੱਢ ਸਕਦੇ। ਸੋ ਅਗਲਾ ਸ਼ਬਦ ਆਰੰਭ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਦਾ, ਸ੍ਰੀ ਰਾਗ ਮਹੱਲਾ ਪਹਿਲਾ। ਅਮਲ ਗਲੋਲਾ ਕੂੜਕਾ ਦਿੱਤਾ ਦੇਵਨਹਾਰ। ਅਮਲ ਦਾ ਗੋਲਾ, ਅਮਲੀ ਕਹਿੰਦੇ ਨੇ ਵੀ ਗੋਲਾ ਖਵਾ ਦਿਓ, ਗੋਲਾ ਕਹਿੰਦੇ ਨੇ ਭੀਮ ਨੂੰ, ਭੀਮ ਦਾ ਗੋਲਾ ਅਮਲੀਆਂ ਨੂੰ ਗੱਲ ਕਰਦੇ ਨੇ, ਤੇ ਅਮਲੀ ਫਿਰ ਉਹਦੇ 'ਚ ਖਾ ਕੇ ਮਸਤ ਰਹਿੰਦੇ ਨੇ। ਇੱਥੇ ਮਾਲਕ ਨੇ ਪ੍ਰਮਾਤਮਾ ਨੇ ਕੂੜ ਝੂਠ ਜੋ ਨਜ਼ਰ ਆਉਂਦਾ ਸੀ, ਇਹ ਝੂਠ ਦਾ ਗੋਲਾ ਦੇ ਦਿੱਤਾ ਉਸ ਮਾਲਕ ਨੇ, ਮੋਹ ਦਾ, ਮਾਇਆ ਦਾ। ਇਹਦੇ ਨਾਲ ਜੁੜ ਖਾ ਕੇ ਇਸ ਨੂੰ ਇਹ ਮਨੁੱਖ ਜਿਹੜਾ ਹੈ ਮਸਤਿਆ ਹੋਇਆ ਬੈਠਾ ਹੈ, ਅਮਲੀ ਹੋਇਆ ਬੈਠਾ ਹੈ। ਜਿਸ ਤਰ੍ਹਾਂ ਅਮਲੀ, ਉਹਨੂੰ ਸਿਰਫ ਅਮਲ ਚਾਹੀਦਾ ਬਸ, ਬਾਕੀ ਹੋਰ ਕੁਝ ਨਹੀਂ। ਇਸ ਤਰ੍ਹਾਂ ਹੀ ਮਨੁੱਖ ਜਦੋਂ ਮੋਹ ਵਿੱਚ ਫਸਦਾ ਹੈ, ਉਹਨੂੰ ਸਿਰਫ ਆਪਣੇ ਹੀ ਦਿਸਦੇ ਨੇ, ਹੋਰ ਕੋਈ ਨਜ਼ਰ ਨਹੀਂ ਆਉਂਦਾ। ਇਸ ਤਰ੍ਹਾਂ ਕਿ ਉਹ ਅਮਲੀਆਂ ਵਾਲਾ ਸੁਭਾਅ ਹੋ ਗਿਆ ਇਹਦਾ। ਅਮਲ ਗਲੋਲਾ ਕੂੜਕਾ, ਇਹਨੇ ਹੈ ਝੂਠ ਦਾ ਹੀ ਸਾਰਾ, ਉਸ ਮਾਲਕ ਨੇ ਦੇ ਦਿੱਤਾ ਇਹਨੂੰ। ਮੱਤੀ, ਇਹ ਮੱਤ ਦਾ ਹੁੰਦਾ ਮਤਲਬ ਇੱਥੇ ਮਸਤਿਆ ਹੋਇਆ। ਮੱਤੀ ਮਰਨ ਵਿਸਾਰਿਆ, ਐਸਾ ਮਸਤ ਹੋਇਆ ਇਹਦੇ ਵਿੱਚ ਮਰਨਾ ਭੁੱਲ ਗਿਆ, ਮੌਤ ਨੂੰ ਭੁੱਲ ਬੈਠਾ। ਮੱਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ 4, ਬਸ 4 ਦਿਨ ਦੇ ਖੁਸ਼ੀ ਦੇ ਨਹੀਂ ਬਸ। ਇਸ ਮੋਹ ਵਿੱਚ ਆਪਣੇ ਆਪ ਨੂੰ ਇਹ ਸਮਝ ਬੈਠਾ ਕਿ ਮੇਰੇ ਕੋਲੇ ਬੜੀ ਖੁਸ਼ੀ ਹੈ, ਮੇਰੇ ਕੋਲੇ ਧੀ ਹੈ, ਮੇਰੇ ਕੋਲੇ ਪੁੱਤਰ ਹੈ, ਮੇਰੇ ਕੋਲੇ ਪੈਸਾ ਹੈ, ਮੇਰੇ ਕੋਲ ਜ਼ਮੀਨ ਹੈ, ਮੇਰੇ ਕੋਲ ਜਾਇਦਾਦ ਹੈ। ਇਸੇ ਵਿੱਚ ਮਸਤ ਹੋਇਆ ਮੌਤ ਨੂੰ ਭੁੱਲ ਬੈਠਾ। ਸੱਚ ਮਿਲਿਆ ਤਿੰਨ ਸੋਫੀਆਂ, ਜਿਹੜੇ ਸੋਫੀ ਸ਼ਬਦ ਆਪਾਂ ਆਮ ਕਹਿੰਦੇ, ਜਿਹੜੇ ਸ਼ਰਾਬ ਸ਼ਰੂਬ ਨਹੀਂ ਪੀਂਦੇ, ਨਸ਼ਾ ਨਹੀਂ ਕਰਦੇ, ਆਪਾਂ ਕਹਿੰਦੇ ਸੋਫੀ ਹੈ। ਜਿਨ੍ਹਾਂ ਨੇ ਇਹ ਮੋਹ ਮਾਇਆ ਦਾ ਗਲੋਲਾ ਨਹੀਂ ਖਾਧਾ, ਉਹ ਸੱਚ ਉਹਨਾਂ ਨੂੰ ਮਿਲਿਆ, ਜਿਹੜੇ ਇਸ ਨੂੰ ਨਹੀਂ ਜੁੜੇ ਇਹਦੇ ਨਾਲ। ਸੱਚ ਮਿਲਿਆ ਤਿੰਨ ਸੋਫੀਆਂ, ਰਾਖਣ ਕੋ ਦਰਬਾਰ। ਤੇ ਪਾਤਸ਼ਾਹ ਕਹਿੰਦੇ ਉਹ ਗਿਆਨਵਾਨ ਲੋਕਾਂ ਨੂੰ ਉਹ ਸੱਚ ਦਾ ਪਰਹੇਜ਼ ਜਿਨ੍ਹਾਂ ਨੇ ਕੀਤਾ ਹੈ, ਤੋਂ ਪਰਹੇਜ਼ ਕਰ ਗਏ, ਇਹ ਤੋਂ ਦੂਰ ਹੋ ਗਏ, ਉਹਨਾਂ ਨੂੰ ਉਹ ਪ੍ਰਮਾਤਮਾ, ਉਹ ਵਾਹਿਗੁਰੂ ਅਕਾਲ ਪੁਰਖ ਉਹਨਾਂ ਦੀ ਹਜ਼ੂਰੀ ਵਿੱਚ ਟਿਕਣ ਦਾ ਸਬਬ ਮਿਲ ਗਿਆ। ਉਹ ਟਿਕ ਸਕੇ ਉਸ ਮਾਲਕ ਦਰਬਾਰ ਵਿੱਚ। ਨਾਨਕ ਸਾਚੇ ਕੋ ਸੱਚ ਜਾਣ। ਇੱਥੇ ਗੁਰੂ ਨਾਨਕ ਪਾਤਸ਼ਾਹ ਮਾਲਕ ਨੇ, ਹੇ ਨਾਨਕ, ਉਹ ਸਾਚੇ ਨੂੰ ਸੱਚ ਕਰਕੇ ਜਾਣ ਕੇ ਉਹ ਹਮੇਸ਼ਾ ਰਹਿਣ ਵਾਲਾ ਹੈ, ਪਹਿਲਾਂ ਵੀ ਸੀ, ਹੁਣ ਹੈ, ਅੱਗੋਂ ਵੀ ਰਹੇਗਾ। ਇਸ ਕਰਕੇ ਸੱਚ ਨਾਲ ਜੁੜਨਾ ਕਰ। ਜਿਤ ਸੇਵਿਆ ਸੁਖ ਪਾਈਐ, ਜਿਹਨੂੰ ਮਿਲਣ ਨਾਲ ਸੁਖ ਮਿਲਦਾ ਹੈ। ਤੇਰੀ ਦਰਗਾਹ ਚੱਲੈ ਮਾਨ, ਤੇਰੀ ਦਰਗਾਹ ਵਿੱਚ ਵੀ ਚੱਲੇਗੀ, ਤੈਨੂੰ ਉੱਥੇ ਮਾਨ ਵੀ ਮਿਲੇਗਾ, ਵਡਿਆਈ ਵੀ ਮਿਲੇਗੀ, ਇੱਥੇ ਵੀ ਮਿਲੇਗੀ, ਅੱਗੇ ਵੀ ਮਿਲੇਗੀ। ਇਹ ਸੱਚ ਹੈ ਜ਼ਿੰਦਗੀ ਦਾ। ਜਦੋਂ ਅਸੀਂ ਸੱਚ ਨਾਲ ਜੁੜਦੇ ਹਾਂ, ਐਸੀ ਕੋਈ ਗੱਲ ਨਹੀਂ ਕਿ ਮਾਨ ਨਹੀਂ ਮਿਲਦਾ, ਐਸੀ ਕੋਈ ਗੱਲ ਨਹੀਂ ਵਡਿਆਈ ਨਹੀਂ ਮਿਲਦੀ, ਐਸੀ ਕੋਈ ਗੱਲ ਨਹੀਂ ਕਿ ਤੁਹਾਨੂੰ ਉਹ ਸੁੱਖ ਨਹੀਂ ਮਿਲਦਾ। ਇਸ ਕਰਕੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਕਿ ਤੂੰ ਸੱਚ ਨਾਲ ਜੁੜਨਾ ਕਰ, ਜਿਹਨੂੰ ਸਿਮਰਨ ਨਾਲ ਜਿਹੜੀਆਂ ਚੀਜ਼ਾਂ ਤੂੰ ਇਹ ਕੂੜ ਵਿੱਚੋਂ ਲੱਭਦਾ ਪਿਆ ਨਾ, ਉਹ ਸਿਮਰਨ ਨਾਲ ਤੈਨੂੰ ਸੁੱਖ ਮਿਲੇਗਾ, ਮਾਨ ਮਿਲੇਗਾ, ਇੱਜ਼ਤ ਮਿਲੇਗੀ, ਵਡਿਆਈ ਮਿਲੇਗੀ। ਰਹਾਉ ਸੱਚ ਸਰਾ ਗੁੜ ਬਹਰਾ। ਇਹ ਸੱਚ ਹੈ, ਇਹ ਵੀ ਇੱਕ ਸ਼ਰਾਬ ਹੈ। ਜੇ ਝੂਠ ਦਾ ਨਸ਼ਾ ਹੈ ਤਾਂ ਸੱਚ ਦਾ ਵੀ ਵੱਖਰਾ ਨਸ਼ਾ ਹੈ। ਇਹ ਸੱਚ ਦਾ ਨਸ਼ਾ ਜਿਨ੍ਹਾਂ ਨੂੰ ਵੀ ਚੜਿਆ, ਦੁਨੀਆ ਦੀ ਕੋਈ ਤਾਕਤ ਫਿਰ ਉਤਾਰ ਨਹੀਂ ਸਕੀ। ਪਾਣੀ ਵਿੱਚ ਉਬਾਲ ਦਿੱਤਾ ਗਿਆ, ਦੇਗੇ ਵਿੱਚ ਨਹੀਂ ਲਿਆ, ਬੰਦ ਕੱਢ ਦਿੱਤਾ ਗਿਆ, ਨਹੀਂ ਲਿਆ। ਬੱਚਿਆਂ ਦੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਾ ਦਿੱਤੇ ਗਏ, ਇਹ ਨਸ਼ਾ ਨਹੀਂ ਲਿਆ। ਤਤੀਆਂ ਤਵੀਆਂ ਉੱਤੇ ਬਿਠਾ ਦਿੱਤਾ ਗਿਆ, ਇਹ ਨਸ਼ਾ ਨਹੀਂ ਲਿਆ। ਨੀਹਾਂ ਵਿੱਚ ਚਿਣ ਦਿੱਤਾ ਗਿਆ, ਇਹ ਨੀਹਾਂ ਨਹੀਂ ਲਿਆ। ਇਸ ਕਰਕੇ ਕਹਿੰਦੇ ਇਹ ਗੁੜ ਤੋਂ ਬਾਹਰ ਹੈ, ਇਹਦੇ 'ਚ ਗੁੜ ਨਹੀਂ ਪੈਂਦਾ। ਸ਼ਰਾਬ ਵਿੱਚ ਤੇ ਗੁੜ ਪੈਂਦਾ ਨਾ। ਸੱਚ ਸਰਾ, ਇਹ ਸ਼ਰਾਬ ਐਸੀ ਹੈ ਸੱਚ ਦੀ,
ਸੱਚ ਸਰਾ ਗੁੜ ਬਹਾਰਾ, ਜਿਸ ਵਿੱਚ ਸੱਚਾ ਨਾਮ, ਜਿਹਦੇ ਵਿੱਚ ਸੱਚੇ ਦਾ ਨਾਮ ਪੈਂਦਾ, ਉਹਦੇ ਗੁਣ ਪੈਂਦੇ ਨੇ। ਇਸ ਸੱਚ ਦੀ ਸ਼ਰਾਬ ਵਿੱਚ ਪਰਮਾਤਮਾ ਦੇ ਗੁਣ ਪੈਂਦੇ ਨੇ। ਸੁਣੈ ਬਖਾਣੈ ਜੇਤੜੇ, ਹਉ ਤਿਨ ਬਲਿਹਾਰੈ ਜਾਓ। ਜਿੰਨੇ ਵੀ ਉਹ ਸੱਚੇ ਦੇ ਨਾਮ ਨੂੰ ਸੁਣਦੇ ਨੇ, ਵਿਖਿਆਨ ਕਰਦੇ ਨੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਣਾ, ਉਹਨਾਂ ਤੋਂ ਬਲਿਹਾਰ ਜਾਣਾ। ਤਾਂ ਮਨ ਕੀ ਬਾ ਜਾਣੀਐ ਜਾਂ ਮੈਲੀ ਪਾਏ ਥਾਓ। ਕਿਉਂਕਿ ਦੁਨੀਆ ਦੀ ਸ਼ਰਾਬ ਪੀ ਕੇ ਤੇ ਮਸਤੀ ਥੋੜੇ ਸਮੇਂ ਦੀ ਹੋਈ ਹੈ। ਜੇ ਬਹੁਤੀ ਪੀ ਲੇਗਾ ਤੇ ਡਿੱਗ ਪਏਗਾ ਬਸ, ਫਿਰ ਭਾਵੇਂ ਕੁੱਤੇ ਮੂੰਹ ਚੱਟੀ ਜਾਣ। ਪਰ ਇੱਥੇ ਜਿਹੜੀ ਨਾਮ ਦੀ ਮਸਤੀ ਹੈ, ਤੇ ਪਾਜਾ ਕਹਿੰਦੇ ਤਾਂ ਮਨ ਕੀ ਬਾ ਜਾਣੀਐ, ਇਹ ਮਨ ਤਾਂ ਮਸਤੀ ਵਿੱਚ ਜਾਣਿਆ ਜਾ ਸਕਦਾ ਹੈ ਜਾਂ ਮਹਿਲੀ ਪਾਏ ਥਾਓ, ਜਾਂ ਉਸ ਵਾਹਿਗੁਰੂ ਦੀ ਹਜ਼ੂਰੀ ਵਿੱਚ ਥਾਂ ਪ੍ਰਾਪਤ ਕਰ ਲਏ। ਜਦੋਂ ਇਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਉਹਨੂੰ ਹਾਜ਼ਰ ਨਾਜ਼ਰ ਜਾਣ ਲਏਗਾ, ਇਹ ਮਨ ਮਸਤ ਹੋ ਜਾਏਗਾ। ਇਹ ਦੁਨੀਆ ਦੇ ਝਮੇਲਿਆਂ ਤੋਂ, ਦੁਨੀਆ ਦੀ ਨਿੰਦਿਆ ਤੋਂ, ਈਰਖਾ ਤੋਂ, ਵਕੀਲੀ ਤੋਂ ਪਰਾਂ ਹੋ ਜਾਏਗਾ। ਉਸੇ ਵੇਲੇ ਇਹ ਫਿਰ ਕੂੜ ਦੀ ਪੰਡ ਨਹੀਂ ਚੁੱਕੇਗਾ, ਇਹ ਫਰੇਬਾਂ ਦੀ ਪੰਡ ਨਾਲ ਨਹੀਂ ਚੁੱਕੀ ਫਿਰੇਗਾ। ਇਹ ਫਿਰ ਮਸਤ ਰਹੇਗਾ, ਆਨੰਦ ਵਿੱਚ ਰਹੇਗਾ। ਨਾਉ ਨੀਰ ਚੰਗਿਆਈਆਂ, ਸਤ ਪਰਮਲ ਤਨਵਾਸ। ਪ੍ਰਮਾਤਮਾ ਦਾ ਨਾਮ ਜਿਹੜਾ ਹੈ ਨਾ, ਉਹ ਨੀਰ ਹੈ, ਜਲ ਵਰਗਾ ਹੈ। ਜਿਵੇਂ ਪਾਣੀ ਵਿੱਚ ਇਸ਼ਨਾਨ ਕਰਕੇ ਅਸੀਂ ਪਵਿੱਤਰ ਹੋ ਜਾਂਦੇ ਹਾਂ, ਤੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਨਾ, ਉਹ ਇਸ਼ਨਾਨ ਵਾਲਾ। ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੁ ਚਿਤ ਲਾਈ। ਸਰੀਰ ਸਾਡਾ ਕਦੇ ਵੀ ਪਵਿੱਤਰ ਨਹੀਂ ਹੁੰਦਾ। ਮੈਂ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ, ਅੱਜ ਵੀ ਕਰ ਰਹੇ ਹਾਂ। ਇਹ ਸਾਡਾ ਸਾਰਾ ਜੋੜ ਸਰੀਰ ਨੂੰ ਪਵਿੱਤਰ ਕਰਨ ਤੇ ਲੱਗ ਜਾਂਦਾ ਸਾਰੀ ਉਮਰ। ਮਨ ਪਵਿੱਤਰ ਹੋ ਸਕਦਾ ਹੈ ਨਾਮ ਨਾਲ, ਬਾਣੀ ਨਾਲ, ਇਹ ਪਵਿੱਤਰ ਹੋ ਸਕਦਾ ਹੈ, ਪਰ ਅਸੀਂ 1% ਵੀ ਇਹਦੇ ਵੱਲ ਧਿਆਨ ਨਹੀਂ ਦਿੱਤਾ ਕਦੇ। ਤੇ ਬਾਹਰ ਸਮਝਾਉਣਾ ਕਹਿੰਦੇ ਨਾਉ ਨੀਰ ਚੰਗਿਆਈਆਂ, ਸਾਡੇ ਅੰਦਰ ਚੰਗਿਆਈਆਂ ਪੈਦਾ ਕਰਦੀਆਂ ਨੇ। ਸਤ ਪਰਮਲ ਤਨਵਾਸ, ਕਿਹੜੀਆਂ ਚੰਗਿਆਈਆਂ? ਉੱਚਾ ਸੁੱਚਾ ਜੀਵਨ। ਇਹ ਤਨ ਤੇ ਸੁਗੰਧੀਆਂ ਲਾਉਣ ਵਾਲੀ ਗੱਲ ਹੈ। ਜੇ ਕੋਈ ਕਹੇ ਨਾ ਤਨ ਤੇ ਸੁਗੰਧੀਆਂ ਲਾਈਆਂ ਹੋਈਆਂ ਨੇ, ਉਹ ਉਹਨਾਂ ਫਾਇਦਾ ਨਹੀਂ ਜਾਣਨਗੀਆਂ, ਕਿਉਂਕਿ ਦੁਨੀਆ ਹੈ ਸਭ ਜਾਣਤੀ ਹੈ। ਤੁਹਾਡੇ ਸੁਗੰਧੀਆਂ ਲਾਉਣ ਨਾਲ ਤੁਹਾਡੀਆਂ ਖੁਸ਼ਬੂਆਂ ਨਹੀਂ ਜਾਣਗੀਆਂ ਦੂਰ ਤੱਕ, ਉੱਥੇ ਉਹਨੇ ਥਾਂ 'ਚ ਰਹਿਣਗੀਆਂ। ਪਰ ਤੁਹਾਡੀਆਂ ਚੰਗਿਆਈਆਂ ਦੀ ਖੁਸ਼ਬੂ ਜਿਹੜੀ ਹੈ, ਉਹ ਬੜੀ ਦੂਰ ਤੱਕ ਜਾਏਗੀ। ਤੁਹਾਡੇ ਉੱਚੇ ਕਰੈਕਟਰ ਦੀ ਜਿਹੜੀ ਸੋਭਾ ਹੈ, ਵਡਿਆਈ ਹੈ, ਉਹ ਦੂਰ ਤੱਕ ਜਾਏਗੀ। ਇਸ ਕਰਕੇ ਉਹਦੇ ਨਾਲ ਜੁੜਨਾ ਕਰ। ਤਾਂ ਮੁਖ ਹੋਵੇ ਉਜਲਾ ਲੱਖ ਦਾਤੀ, ਇਹਦਾ ਉਚਾਰਨ ਹੈ ਦਾਤੀ, ਦਾਤਾਂ ਬਹੁਤੀਆਂ। ਇੱਕ ਦਾਤ, ਤੇਰਾ ਨਾਮ ਜਪਣ ਨਾਲ ਹੀ ਮੁਖ ਉਜਲ ਹੈ। ਦੁਨੀਆ ਦੀਆਂ ਭਾਵੇਂ ਲੱਖਾਂ ਦਾਤਾਂ ਹੋਣ, ਪਰ ਜਿਨ੍ਹਾਂ ਕੋਲ ਤੇਰੀ ਦਾਤ ਹੈ ਇੱਕੋ ਹੀ ਨਾਮ ਰੂਪੀ ਦਾਤ, ਉਹਨਾਂ ਦੇ ਬਰਾਬਰ ਨੇ ਲੱਖਾਂ ਹੀ ਦਾਤਾਂ ਹੋ ਜਾਂਦੀਆਂ ਨੇ। ਜਿਨ੍ਹਾਂ ਕੋਲ ਨਾਮ ਦੀ ਦਾਤ ਹੈ, ਉਂਝ ਅਸੀਂ ਹਰ ਰੋਜ਼ ਅਰਦਾਸ ਤੇ ਕਰਦੇ, ਰੱਟਾ ਲੱਗਾ ਸਾਨੂੰ ਕਿ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਵਿਵੇਕ ਦਾਨ, ਦਾਨਾ ਸਿਰਦਾਨ, ਨਾਮਦਾਨ ਬਖਸ਼ਣਾ ਜੀ। ਅਸੀਂ ਕਹਿੰਦੇ ਹਾਂ ਹਰ ਰੋਜ਼ ਇੰਨਾ ਕੁਝ ਕਹਿ ਕੇ ਮੁੜ ਕੇ ਫਿਰ ਉੱਥੇ ਆ ਜਾਂਦੇ ਹਾਂ ਵੀ ਆਹ ਚੀਜ਼ ਦੇ ਦਿਓ ਜੀ ਸਾਨੂੰ, ਆਹ ਚੀਜ਼ ਦੇ ਦਿਓ ਜੀ। ਨਾਮ ਦੀ ਦਾਤ ਜਿਨ੍ਹਾਂ ਕੋਲੇ ਹੈ, ਲੱਖਾਂ ਦਾਤਾਂ ਇੱਕ ਪਾਸੇ ਹੋਣ, ਨਾਮ ਦੀ ਦਾਤ ਇੱਕ ਪਾਸੇ। ਲੱਖ ਦਾਤੀ ਇੱਕ ਦਾਤ, ਦੁੱਖ ਤਿਸੈ ਪੈ ਆਖੀ ਹੈ, ਸੂਖ ਜਿਸੈ ਆਈ ਪਾਸ। ਵੇਖੋ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਪਣੇ ਦੁੱਖ ਵੀ ਉਹਦੇ ਕੋਲੇ ਕਹਿ ਜਿਹਦੇ ਕੋਲੇ ਸੁੱਖ ਨੇ, ਕਿਉਂਕਿ ਸੁੱਖਾਂ ਦਾ ਦਾਤਾ ਤੇ ਉਹ ਹੈ। ਜਾ ਕੇ ਕਿਸੇ ਦੇਹਧਾਰੀਆਂ ਕੋਲੇ ਜਾਂ ਹੋਰਾਂ ਕੋਲੇ ਜਾ ਕੇ ਤੂੰ ਆਪਣੇ ਦੁੱਖ ਪਿਆ ਕਹਿਣਾ, ਉਹ ਤੇ ਆਪ ਦੁਖੀ ਨੇ, ਉਹ ਤੇ ਆਪ ਘਰੋਂ ਕੱਢੇ ਹੋਏ ਨੇ, ਘਰੋਂ ਭੱਜੇ ਹੋਏ ਨੇ। ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੇ ਆਪ ਜ਼ਿੰਦਗੀ ਤੋਂ ਦੌੜ ਗਏ, ਅਸੀਂ ਜ਼ਿੰਦਗੀ ਦਾ ਰਾਹ ਉਹਨਾਂ ਨੂੰ ਪੁੱਛਦੇ ਹਾਂ ਜਾ ਕੇ। मेरे राम हम बारक हर प्रभ के हैं ए आणे, हम बारक हर प्रभ के हैं ए आणे।